10ਵੀਂ ਕਲਾਸ ਵਿੱਚ ਪੜ੍ਹ ਰਹੇ ਪਿਆਰੇ ਵਿਦਿਆਰਥੀਓ, ਅੱਜ ਦੀ ਵੀਡੀਓ ਤੁਹਾਡੀ ਪਾਠ ਪੁਸਤਕ ਸਾਹਿਤਮਾਲਾ ਵਿੱਚ ਕਿੱਸਾ ਕਾਵਿ ਅਧੀਨ ਪੀਲੂ ਦਾ ਲਿਖਿਆ ਹੋਇਆ ਕਿੱਸਾ ਮਿਰਜ਼ਾ ਸਾਹਿਬਾਂ ਦੀ ਪ੍ਰਸੰਗ ਸਹਿਤ ਵਿਆਖਿਆ ਨਾਲ ਸੰਬੰਧਿਤ ਹੈ। ਉਮੀਦ ਹੈ ਤੁਸੀਂ ਇਸ ਪ੍ਰਸੰਗ ਸਹਿਤ ਵਿਆਖਿਆ ਨੂੰ ਧਿਆਨ ਨਾਲ ਸੁਣੋਗੇ ਅਤੇ ਸਮਝੋਗੇ। ਪੀਲੂ ਦੇ ਜਨਮ ਸਥਾਨ ਅਤੇ ਜੀਵਨ ਬਾਰੇ ਪੜ੍ਹਦੇ ਹੋਏ ਆਪਾਂ ਦੇਖਦੇ ਹਾਂ ਕਿ ਪੀਲੂ ਦਾ ਨਾਮ ਪੰਜਾਬ ਦੇ ਮੋਢੀ ਕਿੱਸਾਕਾਰਾਂ ਵਿੱਚ ਗਿਣਿਆ ਜਾਂਦਾ ਹੈ। ਪੰਜਾਬੀ ਸਾਹਿਤ ਵਿੱਚ ਪੀਲੂ ਦੀ ਜਾਣ ਪਛਾਣ ਮਿਰਜ਼ਾ ਸਾਹਿਬਾਂ ਦੇ ਕਿੱਸੇ ਕਰਕੇ ਹੈ। ਪੀਲੂ ਦੇ ਜਨਮ ਸਥਾਨ ਅਤੇ ਕਾਲ ਬਾਰੇ ਸਹੀ ਪਤਾ ਨਹੀਂ ਲੱਗਦਾ। ਅਨੁਮਾਨ ਹੈ ਕਿ ਪੀਲੂ ਪਿੰਡ ਵੈਰੋਵਾਲ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਜ਼ਿਮੀਂਦਾਰ ਸੀ। ਉਸ ਦੀ ਰਚਨਾ ਮਿਰਜ਼ਾ ਸਾਹਿਬਾਂ ਉੱਚੀ ਹੇਕ ਵਿੱਚ ਬੜੇ ਚਾਅ ਨਾਲ ਗਾਈ ਸੁਣੀ ਜਾਂਦੀ ਹੈ। ਪੀਲੂ ਆਪਣੇ ਸਮੇਂ ਵਿੱਚ ਕਾਫੀ ਪ੍ਰਸਿੱਧੀ ਰੱਖਦਾ ਸੀ। ਆਓ ਆਪਾਂ ਕਿੱਸੇ ਬਾਰੇ ਪੜ੍ਹਦੇ ਹਾਂ। ਆਓ ਵਿਦਿਆਰਥੀਓ, ਆਪਾਂ ਕਿੱਸਾ ਮਿਰਜ਼ਾ ਸਾਹਿਬਾਂ ਪੜ੍ਹਦੇ ਹਾਂ ਤੇ ਨਾਲ ਹੀ ਇਸ ਦੀ ਵਿਆਖਿਆ ਕਰਦੇ ਜਾਂਦੇ ਹਾਂ। ਪਹਿਲੀਆਂ ਸਤਰਾਂ ਦੇ ਵਿੱਚ ਆਪਾਂ ਪੜ੍ਹਦੇ ਹਾਂ, ਕਰ ਖੀਵੇ ਦੇ ਸਾਹਿਬਾਂ ਜੰਮੀ ਮੰਗਲਵਾਰ, ਡੂਮ ਸੋਲੇ ਗਾਮ ਦੇ ਖਾਨ ਖੀਵੇ ਦੇ ਬਾਰ, ਰੱਜ ਦੁਆਈ ਦਿੱਤੀਆਂ ਸੁਹਾਣੇ ਪਰਿਵਾਰ, ਰਲ ਤਦਬੀਰਾਂ ਬਣਦੀਆਂ छैल ਹੋਈ ਮਟਿਆਰ। ਇਹਨਾਂ ਸਤਰਾਂ ਦੀ ਆਪਾਂ ਵਿਆਖਿਆ ਕਰਾਂਗੇ। ਕਰ ਖੀਵੇ ਦੇ ਸਾਹਿਬਾਂ ਜੰਮੀ ਮੰਗਲਵਾਰ, ਡੂਮ ਸੋਲੇ ਗਾਮ ਦੇ। ਡੂਮ ਹੁੰਦੇ ਹਨ ਮਰਾਸੀ, ਸੋਲੇ ਗਾਮ ਦੇ ਭਾਵ ਕਿ ਖੁਸ਼ੀ ਦੇ ਗੀਤ ਗਾਉਂਦੇ ਹਨ। ਵਿਆਖਿਆ ਦੇ ਵਿੱਚ ਆਪਾਂ ਲਿਖਾਂਗੇ ਕਿ ਖੀਵੇ ਖਾਨ ਦੇ ਘਰ ਸਾਹਿਬਾਂ ਦਾ ਜਨਮ ਮੰਗਲਵਾਰ ਵਾਲੇ ਦਿਨ ਹੋਇਆ ਤੇ ਮਰਾਸੀ ਉਸ ਦੇ ਜਨਮ ਸਮੇਂ ਖਾਨ ਖੀਵੇ ਦੇ ਦਰਵਾਜ਼ੇ ਅੱਗੇ ਬੈਠ ਕੇ ਖੁਸ਼ੀ ਦੇ ਗੀਤ ਗਾ ਰਹੇ ਹਨ। ਰੱਜ ਦੁਆਈ ਦਿੱਤੀਆਂ ਸੁਹਾਣੇ ਪਰਿਵਾਰ, ਰਲ ਤਦਬੀਰਾਂ ਬਣਦੀਆਂ छैल ਹੋਈ ਮਟਿਆਰ। ਤੇ ਇਹਨਾਂ ਮਰਾਸੀਆਂ ਨੇ ਸਾਰੇ ਹੀ ਸੋਹਣੇ ਪਰਿਵਾਰ ਨੂੰ ਰੱਜ ਕੇ ਦੁਆਵਾਂ ਦਿੱਤੀਆਂ। ਰਲ ਤਦਬੀਰਾਂ ਬਣਦੀਆਂ, ਤਦਬੀਰ ਭਾਵ ਕੇ ਸਲਾਹਾਂ ਕਰਨਾ। ਜਦੋਂ ਸਾਹਿਬਾਂ ਮਟਿਆਰ ਹੋਈ ਤਾਂ ਸਾਰੇ ਪਰਿਵਾਰ ਨੇ ਉਸ ਨੂੰ ਵਿਆਹੁਣ ਦੀਆਂ ਸਲਾਹਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਅਗਲੀਆਂ ਸਤਰਾਂ ਦੇ ਵਿੱਚ ਆਪਾਂ ਪੜ੍ਹਦੇ ਹਾਂ, ਸਾਹਿਬਾਂ ਨਾਲ ਸਹੇਲੀਆਂ ਕੂੜੀ ਰਿਆ ਕਾਰ, ਘਰ ਬਿੰਜਲ ਦੇ ਮਿਰਜ਼ਾ ਜੰਮਿਆ ਕਰੜੇ ਵਾਰ, ਜਨਮ ਦਿੱਤੋ ਮਾਈ ਬਾਪ ਨੇ ਰੂਪ ਦਿੱਤਾ ਕਰਤਾਰ, ਐਸਾ ਮਿਰਜ਼ਾ ਸੂਰਮਾ ਖਰਲਾਂ ਦਾ ਸਰਦਾਰ। ਇਹਨਾਂ ਸਤਰਾਂ ਦੀ ਵਿਆਖਿਆ ਦੇ ਵਿੱਚ ਆਪਾਂ ਲਿਖਾਂਗੇ ਕਿ ਸਾਹਿਬਾਂ ਆਪਣੀਆਂ ਸਹੇਲੀਆਂ ਦੇ ਵਿੱਚ ਕੂੜੀ ਰਿਆ ਕਰ ਭਾਵ ਕਿ ਝੂਠ ਫਰੇਬ ਕਰਨ ਵਾਲੀ ਮਟਿਆਰ ਸੀ। ਉਹ ਆਪਣੀਆਂ ਸਹੇਲੀਆਂ ਨਾਲ ਵੀ ਜਿਹੜਾ ਝੂਠ ਤੇ ਫਰੇਬ ਕਰਦੀ ਸੀ। ਦੂਜੇ ਪਾਸੇ ਬਿੰਜਲ ਸਰਦਾਰ ਦੇ ਘਰ ਕਰੜੇਵਾਰ ਜੋ ਜਗ੍ਹਾ ਦਾ ਨਾਮ ਹੈ, ਉੱਥੇ ਮਿਰਜ਼ੇ ਦਾ ਜਨਮ ਹੋਇਆ। ਮਿਰਜ਼ੇ ਨੂੰ ਜਿਹੜਾ ਜਨਮ ਹੈ ਉਸ ਦੇ ਮਾਂ-ਬਾਪ ਨੇ ਦਿੱਤਾ ਹੈ, ਪਰ ਪਰਮਾਤਮਾ ਨੇ ਉਸ ਨੂੰ ਰੱਜ ਕੇ ਰੂਪ ਦਿੱਤਾ ਹੈ। ਐਸਾ ਮਿਰਜ਼ਾ ਸੂਰਮਾ, ਮਿਰਜ਼ਾ ਬਹੁਤ ਹੀ ਯੋਧਾ ਸੂਰਮਾ ਹੈ ਜੋ ਕਿ ਖਰਲਾਂ ਦਾ ਸਰਦਾਰ ਹੈ। ਪਿਆਰੇ ਵਿਦਿਆਰਥੀਓ, ਅਗਲੀਆਂ ਸਤਰਾਂ ਦੇ ਵਿੱਚ ਆਪਾਂ ਪੜ੍ਹਦੇ ਹਾਂ ਕਿ ਸਾਹਿਬਾਂ ਪੜ੍ਹੇ ਪੱਟੀਆਂ, ਮਿਰਜ਼ਾ ਪੜ੍ਹੇ ਕੁਰਾਨ, ਵਿੱਚ ਮਸੀਤ ਦੇ ਲੱਗੀਆਂ ਜਾਣੇ ਕੁੱਲ ਜਹਾਨ, ਨਾ ਮਾਰ ਕਾਜੀ ਛਮਕਾਂ ਨਾ ਦੇ ਤੱਤੀ ਨੂੰ ਤਾਏ, ਪੜ੍ਹਨਾ ਸਾਡਾ ਰਹਿ ਗਿਆ ਲੈ ਆਏ ਇਸ਼ਕ ਲਿਖਾਏ। ਇਹਨਾਂ ਸਤਰਾਂ ਦੀ ਵਿਆਖਿਆ ਆਪਾਂ ਕਰਾਂਗੇ ਕਿ ਉਪਰੋਕਤ ਸਤਰਾਂ ਵਿੱਚ ਕਿੱਸਾਕਾਰ ਪੀਲੂ ਲਿਖਦਾ ਹੈ ਕਿ ਜਿਸ ਵੇਲੇ ਸਾਹਿਬਾਂ ਅਜੇ ਪੱਟੀਆਂ ਪੜ੍ਹ ਰਹੀ ਸੀ ਭਾਵ ਕਿ ਲਿਖਣਾ ਸਿੱਖ ਰਹੀ ਸੀ, ਉਸ ਵੇਲੇ ਮਿਰਜ਼ਾ ਕੁਰਾਨ ਪੜ੍ਹਨ ਦੇ ਕਾਬਲ ਹੋ ਗਿਆ। ਮਿਰਜ਼ਾ ਅਤੇ ਸਾਹਿਬਾਂ ਦੀ ਪ੍ਰੀਤ ਮਸੀਤ ਦੇ ਵਿੱਚ ਸ਼ੁਰੂ ਹੋਈ, ਇਸ ਗੱਲ ਨੂੰ ਸਾਰਾ ਜਹਾਨ ਜਾਣਦਾ ਹੈ। ਜਿਸ ਵੇਲੇ ਮਿਰਜ਼ੇ ਅਤੇ ਸਾਹਿਬਾਂ ਦੀ ਪ੍ਰੀਤ ਬਾਰੇ ਕਾਜੀ ਨੂੰ ਪਤਾ ਲੱਗਦਾ ਹੈ ਤਾਂ ਕਾਜੀ ਪਤਲੀ ਸੋਟੀ ਲੈ ਕੇ ਇਹਨਾਂ ਨੂੰ ਮਾਰਨ ਲੱਗਦਾ ਹੈ। ਤਾਂ ਉਸ ਵੇਲੇ ਸਾਹਿਬਾਂ ਕਹਿੰਦੀ ਹੈ, ਨਾ ਮਾਰ ਕਾਜੀ ਛਮਕਾ ਨਾ ਦੇ ਤੱਤੀ ਨੂੰ ਤਾਏ, ਭਾਵ ਕਿ ਹੇ ਕਾਜੀ ਤੂੰ ਸਾਨੂੰ ਨਾ ਮਾਰ ਭਾਵ ਕਿ ਸਾਡੀ ਦੇਹ ਨੂੰ ਕੋਈ ਤਾ ਨਾ ਦੇ, ਦੁੱਖ ਨਾ ਦੇ। ਹੁਣ ਸਾਡਾ ਪੜ੍ਹਨਾ ਵਿੱਚ ਹੀ ਰਹਿ ਗਿਆ ਹੈ ਕਿਉਂਕਿ ਅਸੀਂ ਪਰਮਾਤਮਾ ਦੀ ਦਰਗਾਹ ਤੋਂ ਧੁਰੋਂ ਹੀ ਇਸ਼ਕ ਲਿਖਾ ਲੈ ਆਏ ਹਾਂ। ਪਿਆਰੇ ਵਿਦਿਆਰਥੀਓ, ਅਗਲੀਆਂ ਸਤਰਾਂ ਦੇ ਵਿੱਚ ਆਪਾਂ ਪੜ੍ਹਦੇ ਹਾਂ ਕਿ ਸਾਹਿਬਾਂ ਗਈ ਤੇਲ ਨੂੰ ਗਈ ਪਸਾਰੀ ਦੀ ਹੱਟ, ਫੜ ਨਾ ਜਾਣੇ ਤੱਕੜੀ ਹਾੜ ਨਾ ਜਾਣੇ ਵੱਟ,
ਤੇਲ ਭੁਲਾਵੇ ਭੁੱਲਾ ਬਾਣੀਆਂ, ਦਿੱਤਾ ਸ਼ਹਿਦ ਉਲਟ, ਵਣਜ ਗਵਾਲੇ ਬਾਣੀਆਂ, ਬਲਦ ਗਵਾਲੇ ਜੱਟ। 300 ਨਾਗਾ ਪਿੜ ਰਿਹਾ, ਹੋ ਗਏ ਚੌੜ ਚਪੱਟ, ਮਿਰਜ਼ਾ ਸਾਹਿਬਾਂ ਦੀ ਦੋਸਤੀ ਰਹੂ ਵਿੱਚ ਜਗਤ। ਇਹਨਾਂ ਸਤਰਾਂ ਦੀ ਵਿਆਖਿਆ ਕਰਦੇ ਹੋਏ ਆਪਾਂ ਲਿਖਾਂਗੇ ਕਿ ਕਵੀ ਇਹਨਾਂ ਸਤਰਾਂ ਵਿੱਚ ਸਾਹਿਬਾਂ ਦੀ ਸੁੰਦਰਤਾ ਨੂੰ ਬਿਆਨ ਕਰਦਾ ਹੋਇਆ ਲਿਖਦਾ ਹੈ ਕਿ ਸਾਹਿਬਾਂ ਜਿਸ ਵੇਲੇ ਪੰਸਾਰੀ ਦੀ ਹੱਟ ਉੱਪਰ ਤੇਲ ਲੈਣ ਲਈ ਜਾਂਦੀ ਹੈ ਤਾਂ ਸਾਹਿਬਾਂ ਦੀ ਸੁੰਦਰਤਾ ਨੂੰ ਵੇਖ ਕੇ ਬਾਣੀਆਂ ਤੱਕੜੀ ਫੜਨੀ ਭੁੱਲ ਜਾਂਦਾ ਹੈ ਅਤੇ ਵੱਟਿਆਂ ਦੇ ਤੋਲ ਨੂੰ ਭੁੱਲ ਜਾਂਦਾ ਹੈ। ਸਾਹਿਬਾਂ ਵੱਲੋਂ ਲਿਆਂਦੇ ਗਏ ਭਾਂਡੇ ਵਿੱਚ ਬਾਣੀਏ ਨੇ ਸਾਹਿਬਾਂ ਦੀ ਸੁੰਦਰਤਾ ਨੂੰ ਦੇਖਦੇ ਹੋਏ ਤੇਲ ਦੇ ਭੁਲੇਖੇ ਸ਼ਹਿਦ ਹੀ ਪਾ ਦਿੱਤਾ ਹੈ। ਇਸ ਤਰ੍ਹਾਂ ਸਾਹਿਬਾਂ ਦੀ ਸੁੰਦਰਤਾ ਨੂੰ ਦੇਖ ਕੇ ਬਾਣੀਆਂ ਨੇ ਆਪਣੇ ਵਪਾਰ ਗਵਾ ਲਏ ਹਨ, ਜਦੋਂ ਕਿ ਜੱਟ ਬਲਦ ਵਾਹੁਣਾ ਭੁੱਲ ਗਏ ਹਨ। ਸਾਹਿਬਾਂ ਦੀ ਸੁੰਦਰਤਾ ਨੂੰ ਦੇਖ ਕੇ 300 ਨਾਗਾ ਸਾਧੂ ਜੋ ਕਿ ਔਰਤਾਂ ਤੋਂ ਦੂਰ ਰਹਿੰਦਾ ਸੀ, ਉਹਨਾਂ ਨੇ ਆਪਣਾ ਬ੍ਰਹਮਚਾਰੀ ਧਰਮ ਛੱਡ ਦਿੱਤਾ ਹੈ, ਭਾਵ ਕਿ ਉਹ ਆਪਣੇ ਬ੍ਰਹਮਚਾਰੀ ਧਰਮ ਤੋਂ ਡੋਲ ਗਏ ਹਨ। ਇਸ ਤਰ੍ਹਾਂ ਮਿਰਜ਼ਾ ਅਤੇ ਸਾਹਿਬਾਂ ਦੀ ਦੋਸਤੀ ਰਹਿੰਦੇ ਜਗਤ ਤੱਕ ਸਾਰਾ ਜਹਾਨ ਯਾਦ ਕਰਦਾ ਰਹੇਗਾ। ਅੱਗੇ ਆਪਾਂ ਪੜ੍ਹਦੇ ਹਾਂ ਕਿ ਪੀਲੂ ਲਿਖਦਾ ਹੈ, ਕੱਢ ਕਲੇਜਾ ਲੈ ਗਈ ਖਾਨ ਖੀਵੇ ਦੀ ਧੀ, ਗਜ ਗਜ ਲੰਮੀਆਂ ਮੇਢੀਆਂ ਰੰਗ ਜੋ ਗੋਰਾ ਸੀ, ਜੇ ਦੇਵੇ ਪਿਆਲਾ ਜ਼ਹਿਰ ਦਾ ਮੈਂ ਮਿਰਜ਼ਾ ਲੈਂਦਾ ਪੀ, ਜੇ ਮਾਰੇ ਬਰਛੀ ਕੱਸ ਕੇ ਮਿਰਜ਼ਾ ਕਦੀ ਨਾ ਕਰਦਾ ਸੀ, ਆਪਣੀ ਮੌਤੇ ਮੈਂ ਮਰਾਂ ਮੇਰੇ ਨਾਲ ਤੁਹਾਨੂੰ ਕੀ। ਸੋ ਪਿਆਰੇ ਵਿਦਿਆਰਥੀਓ, ਇਹਨਾਂ ਸਤਰਾਂ ਦੀ ਵਿਆਖਿਆ ਕਰਦੇ ਹੋਏ ਆਪਾਂ ਲਿਖਾਂਗੇ ਕਿ ਉਪਰੋਕਤ ਸਤਰਾਂ ਵਿੱਚ ਕਵੀ ਸਾਹਿਬਾਂ ਦੀ ਸੁੰਦਰਤਾ ਨੂੰ ਬਿਆਨ ਕਰਦਾ ਹੋਇਆ ਲਿਖਦਾ ਹੈ ਕਿ ਖਾਨ ਖੀਵੀ ਦੀ ਧੀ ਆਪਣੀ ਸੁੰਦਰਤਾ ਨਾਲ ਮਿਰਜ਼ੇ ਦਾ ਕਲੇਜਾ ਕੱਢ ਕੇ ਲੈ ਗਈ ਹੈ। ਉਸ ਦੀਆਂ ਗਜ ਗਜ ਲੰਮੀਆਂ ਮੇਢੀਆਂ ਹਨ ਅਤੇ ਰੰਗ ਗੋਰਾ ਹੈ। ਜੇਕਰ ਉਹ ਮਿਰਜ਼ੇ ਨੂੰ ਜ਼ਹਿਰ ਦਾ ਪਿਆਲਾ ਵੀ ਦੇ ਦੇਵੇ ਤਾਂ ਮਿਰਜ਼ਾ ਖੁਸ਼ੀ-ਖੁਸ਼ੀ ਪੀ ਲਵੇ। ਜੇਕਰ ਉਹ ਮਿਰਜ਼ੇ ਦੇ ਬਰਛੀ ਵੀ ਕੱਸ ਕੇ ਮਾਰੇ ਤਾਂ ਮਿਰਜ਼ਾ ਦੁੱਖ ਮਹਿਸੂਸ ਨਹੀਂ ਕਰੇਗਾ। ਇਸ ਤਰ੍ਹਾਂ ਮਿਰਜ਼ਾ ਕਹਿੰਦਾ ਹੈ ਕਿ ਮੈਂ ਸਾਹਿਬਾਂ ਦੀ ਸੁੰਦਰਤਾ ਉੱਪਰ ਮੋਹਿਤ ਹੋ ਕੇ ਆਪਣੀ ਮੌਤ ਖੁਦ ਮਰਾਂਗਾ, ਇਸ ਦੇ ਨਾਲ ਕਿਸੇ ਦਾ ਕੋਈ ਸੰਬੰਧ ਨਹੀਂ ਹੋਵੇਗਾ। ਅਗਲੀਆਂ ਸਤਰਾਂ ਦੇ ਵਿੱਚ ਪੀਲੂ ਲਿਖਦਾ ਹੈ, ਚੜ੍ਹਦੇ ਮਿਰਜ਼ੇ ਖਾਨ ਨੂੰ ਮਾਂ ਮੱਤ ਦਿੰਦੀ ਖਲੀ, ਸੱਪਾਂ ਸ਼ੇਰਾਂ ਦੀ ਦੋਸਤੀ ਨਾ ਕਰ ਭਾਈ ਅੜੀ, ਤਪੀ ਕੜਾਹੀ ਤੇਲ ਦੀ ਸਿਰ ਪਰ ਲਾਟ ਜਲੀ, ਮੂਸਾ ਭੱਜਿਆ ਮੌਤ ਤੇ ਉਹਦੇ ਅੱਗੇ ਮੌਤ ਖੜੀ, ਪਰਬਤ ਵੜਦਿਆਂ ਟੱਕਰੇ ਲੰਘਣ ਕਿਹੜੀ ਗਲੀ, ਰੋਂਦੀ ਬੀਬੀ ਫਾਤਮਾ ਕਰਕੇ ਬਾਂਹ ਖੜੀ, ਮੈਂ ਕੀ ਰੱਬਾ ਤੇਰਾ ਫੇੜਿਆ ਮੇਰੀ ਜੋੜੀ ਖਾਕ ਰਲੀ, ਅੱਜ ਦਾ ਵਾਰ ਬਚਾ ਲੈ ਭਲਕੇ ਸਿਆਲੀ ਜਾ ਵੜੀ। ਸੋ ਪਿਆਰੇ ਵਿਦਿਆਰਥੀਓ, ਇਹਨਾਂ ਸਤਰਾਂ ਦੇ ਵਿੱਚ ਕਵੀ ਪੀਲੂ ਉਸ ਵੇਲੇ ਦੇ ਹਾਲਾਤ ਨੂੰ ਵਰਣਨ ਕਰਦਾ ਹੈ ਜਿਸ ਵੇਲੇ ਮਿਰਜ਼ਾ ਸਾਹਿਬਾਂ ਨੂੰ ਉਧਾਲਣ ਦੇ ਲਈ ਉਸ ਦੇ ਪਿੰਡ ਸਿਆਲੀ ਜਾਣਾ ਚਾਹੁੰਦਾ ਹੈ, ਪਰ ਉਸ ਦੀ ਮਾਂ ਉਸ ਨੂੰ ਰੋਕਦੀ ਹੈ। ਸੋ ਇਹਨਾਂ ਸਤਰਾਂ ਦੀ ਵਿਆਖਿਆ ਕਰਦੇ ਹੋਏ ਆਪਾਂ ਲਿਖਾਂਗੇ ਕਿ ਜਿਸ ਵੇਲੇ ਮਿਰਜ਼ਾ ਸਾਹਿਬਾਂ ਨੂੰ ਉਧਾਲਣ ਲਈ ਤੁਰਨ ਲੱਗਦਾ ਹੈ ਤਾਂ ਉਸ ਦੀ ਮਾਂ ਉਸ ਨੂੰ ਰੋਕਦੀ ਹੈ। ਉਸ ਦੀ ਮਾਂ ਕਹਿੰਦੀ ਹੈ ਕਿ ਸਾਹਿਬਾਂ ਅਤੇ ਮਿਰਜ਼ੇ ਦਾ ਪ੍ਰੇਮ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਸੱਪਾਂ ਅਤੇ ਸ਼ੇਰਾਂ ਦੀ ਦੋਸਤੀ ਹੁੰਦੀ ਹੈ, ਜੋ ਕਿ ਕਦੀ ਵੀ ਪੂਰ ਨਹੀਂ ਚੜ੍ਹਦੀ। ਸਾਹਿਬਾਂ ਲਈ ਮਿਰਜ਼ੇ ਦਾ ਜਾਣਾ ਇਸ ਤਰ੍ਹਾਂ ਹੈ ਜਿਵੇਂ ਤਪੀ ਹੋਈ ਤੇਲ ਦੀ ਕੜਾਹੀ ਦੇ ਵਿੱਚ ਬੈਠ ਜਾਣਾ ਜਾਂ ਬਲਦੀ ਹੋਈ ਲਾਟ ਨੂੰ ਸਿਰ ਉੱਪਰ ਰੱਖ ਲੈਣਾ। ਮਿਰਜ਼ੇ ਦੀ ਮਾਂ ਮਿਰਜ਼ੇ ਨੂੰ ਇਤਿਹਾਸ ਦੇ ਵਿੱਚੋਂ ਉਦਾਹਰਨਾਂ ਦੇ ਕੇ ਰੋਕਣ ਦੀ ਕੋਸ਼ਿਸ਼ ਕਰਦੀ ਹੋਈ ਕਹਿੰਦੀ ਹੈ ਕਿ ਜੇਕਰ ਮੂਸਾ ਮੌਤ ਤੋਂ ਭੱਜਣਾ ਚਾਹੇ ਤਾਂ ਵੀ ਮੌਤ ਉਸ ਦੇ ਅੱਗੇ ਆ ਖੜ੍ਹਦੀ ਹੈ। ਪਰਬਤਾਂ ਦੇ ਰਾਹ ਵਿੱਚ ਜੇਕਰ ਦੁਸ਼ਮਣ ਟੱਕਰ ਜਾਵੇ ਤਾਂ ਉੱਥੋਂ ਨਿਕਲਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਇਸੇ ਤਰ੍ਹਾਂ ਇਤਿਹਾਸ ਦੀ ਇੱਕ ਹੋਰ ਉਦਾਹਰਨ ਦੇ ਕੇ ਮਿਰਜ਼ੇ ਦੀ ਮਾਂ ਮਿਰਜ਼ੇ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੋਈ ਕਹਿੰਦੀ ਹੈ ਕਿ ਬੀਬੀ ਫਾਤਮਾ ਦੇ ਦੋਨੇ ਪੁੱਤਰ ਹਸਨ ਅਤੇ ਹੁਸੈਨ ਜਿਸ ਵੇਲੇ ਮਾਰੇ ਗਏ ਤਾਂ ਪਰਮਾਤਮਾ ਅੱਗੇ ਬੀਬੀ ਫਾਤਮਾ ਦੁਹਾਈਆਂ ਪਾਉਂਦੀ ਹੈ ਕਿ ਉਸਨੇ ਕੀ ਮਾੜਾ ਕੀਤਾ ਸੀ ਕਿ ਉਸ ਦੇ ਦੋਨੇ ਬੱਚੇ ਖਾਕ ਵਿੱਚ ਭਾਵ ਕੇ ਮਿੱਟੀ ਦੇ ਵਿੱਚ ਰਲ ਗਏ ਹਨ। ਆਖਰੀ ਸਤਰ ਦੇ ਵਿੱਚ
ਕਵੀ ਲਿਖਦਾ ਹੈ, ਅੱਜ ਦਾ ਵਾਰ ਬਚਾ ਲੈ ਭਲਕੇ ਸਿਆਲੀ ਜਾ ਵੜੀ, ਜਿਸ ਦਾ ਕਿ ਅਰਥ ਹੈ ਕਿ ਮਿਰਜ਼ੇ ਦੀ ਮਾਂ ਮਿਰਜ਼ੇ ਨੂੰ ਕਹਿੰਦੀ ਹੈ ਕਿ ਉਹ ਅੱਜ ਦਾ ਦਿਨ ਲੰਘਾ ਕੇ ਭਾਵੇਂ ਕੱਲ੍ਹ ਨੂੰ ਸਿਆਲੀ ਭਾਵ ਕਿ ਸਿਆਲ ਜਿੱਥੇ ਕਿ ਸਾਹਿਬਾ ਰਹਿੰਦੀ ਹੈ ਉਸ ਪਿੰਡ ਵਿੱਚ ਚਲਾ ਜਾਵੇ। ਕਿੱਸੇ ਵਿੱਚ ਆਪਾਂ ਅੱਗੇ ਪੜ੍ਹਦੇ ਹਾਂ, ਬੂਹੇ ਟਮਕ ਵੱਜਿਆ ਸਾਹਿਬਾਂ ਘੱਤੇ ਤੇਲ, ਅੰਦਰ ਬੈਠੇ ਨਾਨਕੇ ਬੂਹੇ ਬੈਠਾ ਮੇਲ, ਥਾਲੀ ਵਟਣਾ ਰਹਿ ਗਿਆ ਕੁੱਪੇ ਅਤਰ ਫਲੇਲ, ਗਹਿਣੇ ਸਣੇ ਪਟਾਰੀਆਂ ਝਾਂਜਰ ਸਣੇ ਹਮੇਲ। ਸੋ ਪਿਆਰੇ ਵਿਦਿਆਰਥੀਓ, ਇਹਨਾਂ ਸਤਰਾਂ ਦੀ ਵਿਆਖਿਆ ਕਰਦੇ ਹੋਏ ਆਪਾਂ ਲਿਖਾਂਗੇ ਕਿ ਉਪਰੋਕਤ ਸਤਰਾਂ ਵਿੱਚ ਕਵੀ ਪੀਲੂ ਲਿਖਦਾ ਹੈ ਕਿ ਜਿਸ ਵੇਲੇ ਮਿਰਜ਼ਾ ਸਾਹਿਬਾਂ ਨੂੰ ਉਧਾਲਣ ਦੇ ਲਈ ਉਸ ਦੇ ਪਿੰਡ ਪਹੁੰਚਦਾ ਹੈ ਤਾਂ ਸਾਹਿਬਾਂ ਦੇ ਘਰ ਦੇ ਦਰਵਾਜ਼ੇ ਅੱਗੇ ਖੁਸ਼ੀ ਦੇ ਗੀਤ ਅਤੇ ਢੋਲ ਵੱਜ ਰਹੇ ਸਨ ਅਤੇ ਸਾਹਿਬਾਂ ਆਏ ਹੋਏ ਮਹਿਮਾਨਾਂ ਦਾ ਤੇਲ ਚੋ ਕੇ ਜੀ ਆਇਆਂ ਆਖ ਰਹੀ ਸੀ। ਇਸ ਵੇਲੇ ਸਾਹਿਬਾਂ ਦੇ ਘਰ ਦੇ ਦਰਵਾਜ਼ੇ ਅੰਦਰ ਅਤੇ ਬਾਹਰ ਨਾਨਕਾ ਮੇਲ ਬੈਠਾ ਹੋਇਆ ਸੀ। ਜਿਸ ਵੇਲੇ ਮਿਰਜ਼ਾ ਸਾਹਿਬਾਂ ਨੂੰ ਉਧਾਲਣ ਲਈ ਆਉਂਦਾ ਹੈ, ਸਾਹਿਬਾਂ ਨੂੰ ਮਾਹੀਏ ਪਾਉਣ ਦੀ ਤਿਆਰੀ ਹੋ ਰਹੀ ਹੁੰਦੀ ਹੈ, ਪਰ ਜਦੋਂ ਮਿਰਜ਼ਾ ਸਾਹਿਬਾਂ ਨੂੰ ਉਧਾਲ ਕੇ ਲੈ ਜਾਂਦਾ ਹੈ ਤਾਂ ਥਾਲੀ ਦੇ ਵਿੱਚ ਪਿਆ ਵਟਣਾ ਉੱਥੇ ਹੀ ਰਹਿ ਜਾਂਦਾ ਹੈ ਅਤੇ ਖੁਸ਼ਬੂਆਂ ਸ਼ੀਸ਼ੀਆਂ ਦੇ ਵਿੱਚ ਪਈਆਂ ਹੀ ਰਹਿ ਜਾਂਦੀਆਂ ਹਨ। ਸਾਹਿਬਾਂ ਦੇ ਪਹਿਨੇ ਜਾਣ ਵਾਲੇ ਝਾਂਜਰ ਅਤੇ ਹਮੇਲ ਵਰਗੇ ਗਹਿਣੇ ਪਟਾਰੀਆਂ ਦੇ ਵਿੱਚ ਹੀ ਪਏ ਰਹਿ ਜਾਂਦੇ ਹਨ। ਪਿਆਰੇ ਵਿਦਿਆਰਥੀਓ, ਅਗਲੀਆਂ ਸਤਰਾਂ ਦੇ ਵਿੱਚ ਪੀਲੂ ਲਿਖਦਾ ਹੈ, ਕੋਈ ਨਾ ਦੀਂਦਾ ਸੂਰਮਾ ਜਿਹੜਾ ਮੈਨੂੰ ਹੱਥ ਕਰੇ, ਕਟਕ ਪੜਿਆਦਾਂ ਟੱਕਰੀ ਮੈਥੋਂ ਰਾਠ ਡਰੇ, ਵਲ ਵਲ ਵੱਢਦਿਆਂ ਸੂਰਮੇ ਜਿਉਂ ਖੇਤੀ ਨੂੰ ਪੈਣ ਗੜੇ, ਸਿਰ ਸਿਆਲਾਂ ਦੇ ਵੱਢ ਕੇ ਸਿੱਟੂਗਾ ਵਿੱਚ ਰੜੇ। ਇਹਨਾਂ ਸਤਰਾਂ ਵਿੱਚ ਮਿਰਜ਼ਾ ਆਪਣੀ ਹਉਮੈ ਦਾ ਪ੍ਰਗਟਾਵਾ ਕਰਦਾ ਹੋਇਆ ਕਹਿੰਦਾ ਹੈ ਕਿ ਮੈਨੂੰ ਕੋਈ ਵੀ ਅਜਿਹਾ ਸੂਰਮਾ ਦਿਖਾਈ ਨਹੀਂ ਦਿੰਦਾ ਜਿਹੜਾ ਮੇਰਾ ਟਾਕਰਾ ਜਾਂ ਸਾਹਮਣਾ ਕਰ ਸਕੇ। ਜੇਕਰ ਮੇਰੇ ਸਾਹਮਣੇ ਕੋਈ ਮੇਰਾ ਟਾਕਰਾ ਕਰਨ ਲਈ ਆਵੇਗਾ ਤਾਂ ਮੈਂ ਉਸ ਨੂੰ ਗਰਦਨ ਤੋਂ ਫੜ ਕੇ ਪਟਕਾ ਦੇਵਾਂਗਾ। ਮੈਥੋਂ ਵੱਡੇ ਵੱਡੇ ਸਰਦਾਰ ਡਰਦੇ ਹਨ। ਮੈਂ ਸੂਰਮਿਆਂ ਨੂੰ ਵਲ ਵਲ ਕੇ ਵੱਢ ਦੇਵਾਂਗਾ ਅਤੇ ਉਹਨਾਂ ਨੂੰ ਇਸ ਤਰ੍ਹਾਂ ਟੋਟੇ ਟੋਟੇ ਕਰਕੇ ਜ਼ਮੀਨ ਦੇ ਉੱਪਰ ਸਿੱਟਾਂਗਾ ਜਿਵੇਂ ਖੇਤ ਦੇ ਵਿੱਚ ਗੜੇ ਪੈ ਰਹੇ ਹੋਣ। ਮੈਂ ਸਿਆਲਾਂ ਦੇ ਸਰਦਾਰਾਂ ਦੇ ਸਿਰ ਵੱਢ ਕੇ ਰੜੇ ਮੈਦਾਨ ਦੇ ਵਿੱਚ ਸੁੱਟ ਦੇਵਾਂਗਾ। ਕਿੱਸਾ ਮਿਰਜ਼ਾ ਸਾਹਿਬਾ ਦੀਆਂ ਅਗਲੀਆਂ ਸਤਰਾਂ ਵਿੱਚ ਪੀਲੂ ਲਿਖਦਾ ਹੈ, ਪੀਲੂ ਪੁੱਛੇ ਸ਼ਾਇਰ ਨੂੰ ਕਹਿ ਵੱਲ ਗਿਆ ਜਹਾਨ, ਲੱਗ ਲੱਗ ਗਈਆਂ ਮਜਲਸਾਂ ਬਹਿ ਬਹਿ ਗਏ ਦੀਵਾਨ, ਮਿਰਜ਼ਾ ਮਾਰਿਆ ਮੁਲਕੁਲ ਮੌਤ ਦਾ, ਕੁਛ ਮਾਰਿਆ ਖੁਦੀ ਗੁਮਾਨ, ਵਿੱਚ ਕਬਰਾਂ ਦੇ ਖਪ ਗਿਆ ਮਿਰਜ਼ਾ ਸੋਹਣਾ ਜਵਾਨ। ਇਹ ਕਿੱਸਾ ਜੋੜਿਆ ਪੀਲੂ ਸ਼ਾਇਰ ਨੇ ਜਿਹਨੂੰ ਜਾਣੇ ਕੁੱਲ ਜਹਾਨ। ਸੋ ਉਪਰੋਕਤ ਸਤਰਾਂ ਦੀ ਵਿਆਖਿਆ ਕਰਦੇ ਹੋਏ ਆਪਾਂ ਲਿਖਾਂਗੇ ਕਿ ਪੀਲੂ ਸ਼ਾਇਰਾਂ ਨੂੰ ਪੁੱਛ ਰਿਹਾ ਹੈ ਕਿ ਇਹ ਜਹਾਨ ਕਿਸ ਵੱਲ ਚਲਾ ਗਿਆ, ਭਾਵ ਕਿ ਇੱਥੇ ਲੱਖਾਂ ਨੇ ਹੀ ਜਨਮ ਲਿਆ ਅਤੇ ਲੱਖਾਂ ਹੀ ਇੱਥੋਂ ਚਲੇ ਗਏ। ਇੱਥੇ ਬਹੁਤ ਸਾਰੀਆਂ ਮਜਲਸਾਂ ਸਭਾਵਾਂ ਅਤੇ ਦੀਵਾਨ ਲੱਗੇ ਅਤੇ ਹੁਣ ਉਹਨਾਂ ਸਭਾਵਾਂ ਦੇ ਵਿੱਚ ਇਕੱਠੇ ਹੋਏ ਵਿਅਕਤੀ ਇਸ ਧਰਤੀ 'ਤੇ ਨਹੀਂ ਹਨ। ਇਸ ਤਰ੍ਹਾਂ ਮਿਰਜ਼ੇ ਦੇ ਮਰਨ ਦਾ ਕਾਰਨ ਮੌਤ ਦਾ ਫਰਿਸ਼ਤਾ ਵੀ ਹੈ ਅਤੇ ਉਸ ਦੇ ਅੰਦਰ ਦਾ ਛੁਪਿਆ ਹੋਇਆ ਹੰਕਾਰ ਵੀ ਹੈ। ਉਸ ਦੇ ਆਪਣੇ ਹੰਕਾਰ ਅਤੇ ਮੌਤ ਦੇ ਫਰਿਸ਼ਤੇ ਕਾਰਨ ਸੋਹਣਾ ਮਿਰਜ਼ਾ ਜਵਾਨ ਕਬਰਾਂ ਦੇ ਵਿੱਚ ਖਪ ਗਿਆ, ਭਾਵ ਕਿ ਉਹ ਮਰ ਗਿਆ। ਅੰਤ ਦੇ ਵਿੱਚ ਪੀਲੂ ਲਿਖਦਾ ਹੈ ਕਿ ਇਹ ਕਿੱਸਾ ਪੀਲੂ ਸ਼ਾਇਰ ਜਿਹਨੂੰ ਸਾਰਾ ਜਹਾਨ ਜਾਣਦਾ ਹੈ। ਸੋ ਪਿਆਰੇ ਵਿਦਿਆਰਥੀਓ, ਇਹਨਾਂ ਸਤਰਾਂ ਦੇ ਨਾਲ ਹੀ, ਇਹਨਾਂ ਸਤਰਾਂ ਦੀ ਵਿਆਖਿਆ ਦੇ ਨਾਲ ਹੀ ਆਪਣੇ ਕਿੱਸਾ ਮਿਰਜ਼ਾ ਸਾਹਿਬਾਂ ਦੀ ਸਮਾਪਤੀ ਹੈ ਜਿਹੜੀ ਉਹ ਹੁੰਦੀ ਹੈ। ਉਮੀਦ ਹੈ ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਸੁਣ ਅਤੇ ਸਮਝ ਕੇ ਇਮਤਿਹਾਨਾਂ ਦੇ ਵਿੱਚ ਚੰਗੇ ਅੰਕ ਪ੍ਰਾਪਤ ਕਰੋਗੇ। ਬਹੁਤ ਬਹੁਤ ਧੰਨਵਾਦ।